ਕੋਠੀ ਦੀ ਖਰੀਦ ਫਰੋਖਤ ਮਾਮਲੇ 'ਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਪੰਜਾਬ ਹਰਿਆਣਾ ਉੱਚ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਨੇ ਫੈਸਲਾ ਸੁਣਾਉਂਦਿਆਂ ਸੈਣੀ ਨੂੰ ਅੰਤਿਮ ਰਾਹਤ ਦਿੰਦੇ ਹੋਏ ਗ੍ਰਿਫਤਾਰੀ ਤੇ ਰੋਕ ਲਾ ਦਿੱਤੀ ਹੈ। ਦੱਸਣਯੋਗ ਹੈ ਕਿ ਮੋਹਾਲੀ ਅਦਾਲਤ ਨੇ 26 ਅਪ੍ਰੈਲ ਨੂੰ ਉਹਨਾਂ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਇਹ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚਿਆ ਸੀ। ਸਾਡੇ ਨਾਲ ਸੁਮੇਧ ਸਿੰਘ ਸੈਣੀ ਦੇ ਵਕੀਲ ਨੇ ਕਰਨਜੀਤ ਸਿੰਘ ਬਰਾੜ, ਉਹਨਾਂ ਤੋਂ ਜਾਣਦੇ ਹਾਂ ਕਿ ਆਖਿਰ ਅੱਜ ਕੀ ਕੁਝ ਗਰਾਊਂਡ ਜਿਹੜੇ ਦਿੱਤੇ ਗਏ ਤੇ ਕੋਰਟ ਦੇ ਕੀ ਆਰਡਰਸ ਨੇ। ਕੋਰਟਸ ਦੇ ਸਭ ਤੋਂ ਪਹਿਲਾਂ ਆਰਡਰਸ ਤਾਂ ਜੀ ਸਾਨੂੰ ਅਰੈਸਟ ਸਟੇ ਹੋਈ ਹੈ ਫॉर ਜੁਆਇਨਿੰਗ ਦੀ ਇਨਵੈਸਟੀਗੇਸ਼ਨ ਆਰਡਰ ਆਇਆ। ਅਸੀਂ ਜਾਵਾਂਗੇ, ਇਨਵੈਸਟੀਗੇਸ਼ਨ ਜੁਆਇਨ ਕਰਾਂਗੇ। ਇਹਦੇ ਵਿੱਚ ਐਲੀਗੇਸ਼ਨਸ ਐਸ FIR ਦੇ ਵਿੱਚ ਐਗਰੀਮੈਂਟ ਟੂ ਸੈਲ ਨੂੰ ਲੈ ਕੇ ਹੈ। ਤੁਹਾਨੂੰ ਯਾਦ ਹੋਊਗਾ ਇਹ ਉਹੀ FIR ਹੈ। FIR ਨੰਬਰ 13 ਸੇਮ ਸੈਟ ਆਫ ਐਲੀਗੇਸ਼ਨ ਦੇ ਆਲਰੇਡੀ ਰਜਿਸਟਰਡ ਹੈ। ਜਦੋਂ ਉਸ FIR 'ਚ ਅਸੀਂ ਇਨਵੈਸਟੀਗੇਸ਼ਨ ਜੁਆਇਨ ਕਰਨ ਗਏ ਸੀ ਤਾਂ ਉਹਨਾਂ ਨੇ ਸਾਨੂੰ ਇਲੀਗਲ ਡਿਟੈਂਸ਼ਨ ਇਹਦੇ ਵਿੱਚ ਕਰ ਲਿਆ ਸੀ। ਤਾਂ ਉਸ ਤੋਂ ਬਾਅਦ ਹਾਈ ਕੋਰਟ ਦੀ ਇੰਟਰਫੇਰੈਂਸ ਨਾਲ ਜਿਹੜੀ ਸਾਡੀ ਰਿਲੀਜ਼ ਹੋਈ ਸੀਗੀ। ਤਾਂ ਉਸ ਤੋਂ ਬਾਅਦ ਔਨੇਬਲ ਸੁਪਰੀਮ ਕੋਰਟ ਨੇ ਇੱਕ ਮੈਟਰ ਦੇ ਵਿੱਚ ਹਾਈ ਕੋਰਟ ਨੂੰ ਡਾਇਰੈਕਸ਼ਨ ਦਿੱਤੀ ਸੀ ਵਿਦਿਨ 15 ਡੇਜ਼ ਤੁਸੀਂ ਜੋ ਇਹ ਮੈਟਰ ਆ ਇਹਨਾਂ ਨੂੰ ਡਿਸਾਈਡ ਕਰੋਗੇ। ਤਾਂ 26 ਤੱਕ ਸਾਡੇ ਕੋਲੇ ਜੋ ਰਿਲੀਫ ਸੀਗਾ ਸਟੇ ਦਾ। ਉਸ ਤੋਂ ਬਾਅਦ ਅਸੀਂ ਉੱਥੇ ਸੈਸ਼ਨ ਜੱਜ ਮੋਹਾਲੀ ਅਸੀਂ ਜੋ ਇਹਦੀ ਐਂਟੀਸਪੇਟਰੀ ਬੇਲ ਮੂਵ ਕੀਤੀ ਸੀ ਉਸ ਤੋਂ ਸਾਨੂੰ ਰਿਲੀਫ ਨਹੀਂ ਮਿਲਿਆ, ਬੇਲ ਡਿਸਮਿਸ ਹੋਈ। ਤਾਂ ਉਹਦੇ ਅਗੇਂਸਟ ਅਸੀਂ ਇੱਥੇ ਆਏ ਹਾਂ। ਤਾਂ ਉਹਦੇ ਵਿੱਚ ਅੱਜ ਕੋਰਟ ਨੇ ਸਾਡਾ ਸਟੇ ਕੀਤਾ ਹੈ ਤੇ ਸਾਨੂੰ ਸ਼ਾਮਲ ਤਫਤੀਸ਼ ਹੋਣ ਵਾਸਤੇ ਫॉर ਜੁਆਇਨਿੰਗ ਦੀ ਇਨਵੈਸਟੀਗੇਸ਼ਨ ਆਰਡਰ ਕੀਤਾ ਹੈ। ਬਰਾੜ ਸਾਹਿਬ, ਕਦੋਂ ਤੱਕ ਜੁਆਇਨ ਜਿਹੜਾ ਕਰਨੀ ਪਏਗੀ ਇਨਵੈਸਟੀਗੇਸ਼ਨ? ਕੋਈ ਡੇਟ ਦੱਸੀ, ਪਰਟੀਕੂਲਰ ਟਾਈਮਿੰਗ ਔਰ ਡੇਟ? ਨਹੀਂ, ਕੋਈ ਸਪੈਸੀਫਿਕ ਡੇਟ ਔਰ ਟਾਈਮਿੰਗ ਨਹੀਂ ਹੈ। ਆਰਡਰ ਹਜੇ ਅਪਲੋਡ ਨਹੀਂ ਹੋਇਆ। ਸ਼ਾਮ ਤੱਕ ਆਰਡਰ ਜਿਵੇਂ ਹੀ ਅਪਲੋਡ ਹੁੰਦਾ ਹੈ ਜੋ ਫਰਦਰ ਉਸ ਤੋਂ ਬਾਅਦ ਦੇਖਦੇ ਹਾਂ ਉਸ ਆਰਡਰ ਦੇ ਅਕੋਰਡਿੰਗ ਅਸੀਂ ਸ਼ਾਮਲ ਹੋਵਾਂਗੇ। ਬਿਲਕੁਲ। ਅੱਛਾ ਬਰਾੜ ਜੀ, ਇਸ ਤੋਂ ਪਹਿਲਾਂ ਵਿਜੀਲੈਂਸ ਦੇ ਜਿਹੜੇ ਵਕੀਲ ਹੈ ਉਹਨਾਂ ਵੱਲੋਂ ਮੋਹਾਲੀ ਕੋਰਟ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਭਾਵੇਂ ਤੁਸੀਂ ਸਾਰੇ ਡਾਕੂਮੈਂਟਸ ਕੋਰਟ ਨੂੰ ਦੇ ਦਿੱਤੇ ਨੇ, ਜਿਹੜੇ ਵੀ ਡਾਕੂਮੈਂਟਸ ਵਿਜੀਲੈਂਸ ਨੂੰ ਚਾਹੀਦੇ ਸੀਗੇ, ਪੰਜਾਬ ਪੁਲਿਸ ਨੂੰ ਚਾਹੀਦੇ ਸੀਗੇ, ਪਰ ਉਸ ਦੇ ਬਾਵਜੂਦ ਉਹ ਕਸਟਡੀ 'ਚ ਲੈ ਕੇ ਸੁਮੇਧ ਸਿੰਘ ਸੈਣੀ ਤੋਂ ਪੁੱਛਗਿੱਛ ਕਰਨਾ ਚਾਹੁੰਦੇ ਨੇ ਕਿਉਂਕਿ ਸੁਮੇਧ ਸਿੰਘ ਸੈਣੀ ਸਹਿਯੋਗ ਨਹੀਂ ਕਰ ਰਹੇ। ਉਹ ਆਰਗੂਮੈਂਟ ਜੋ ਇੱਥੇ ਹੋਏ ਸੀਗੇ, ਅੱਜ ਵੀ ਆਰਗੂਮੈਂਟ ਹੋਏ ਆ, ਉਹ ਇਹ ਕਹਿ ਰਹੇ ਸੀ ਸਾਨੂੰ ਕਸਟੋਡੀਅਨ ਇਹਨਾਂ ਦੀ ਇੰਟਰੋਗੇਸ਼ਨ ਚਾਹੀਦੀ ਆ। ਕੋਰਟ ਨੇ ਸਾਰੀਆਂ ਗੱਲਾਂ ਨੂੰ ਕੰਸੀਡਰੇਸ਼ਨ 'ਚ ਲੈ ਕੇ ਹੀ ਆਰਡਰ ਕੀਤਾ ਵੀ ਅਸੀਂ ਸ਼ਾਮਲ ਤਫਤੀਸ਼ ਹੋਵਾਂਗੇ ਤੇ ਅਸੀਂ ਕੋਆਪਰੇਟ ਕਰਾਂਗੇ। ਜੋ ਵੀ ਉਹਨਾਂ ਨੇ ਸਾਡੇ ਤੋਂ ਪੁੱਛਣਾ ਹੈ, ਜੋ ਵੀ ਕੋਈ ਡਾਕੂਮੈਂਟ ਹੋਊਗਾ ਬਿਲਕੁਲ ਦੇਵਾਂਗੇ, ਅਸੀਂ ਜੁਆਇਨ ਕਰਾਂਗੇ। ਹੁਣ ਤੱਕ ਸਾਰੇ ਡਾਕੂਮੈਂਟਸ ਜਿਹੜੇ ਨੇ ਉਹ ਦੇ ਦਿੱਤੇ ਗਏ ਨੇ? ਹਾਂਜੀ, ਹੁਣ ਤੱਕ ਸਾਰੇ ਜਿਹੜੇ ਡਾਕੂਮੈਂਟਸ ਨੇ ਉਹ ਦੇ ਦਿੱਤੇ ਗਏ ਨੇ? ਨਹੀਂ, ਸਾਰੇ ਡਾਕੂਮੈਂਟਸ ਜੋ ਜੁਆਇਨ ਕਰਾਂਗੇ, ਜੋ ਕੁਝ ਹੋਰ ਸਾਨੂੰ ਸਾਡੇ ਤੋਂ ਚਾਹੀਦਾ ਹੋਊਗਾ ਅਸੀਂ ਦੇਵਾਂਗੇ। ਜੋ ਵੀ ਐਗਰੀਮੈਂਟ ਟੂ ਸੈਲ ਜਾਂ ਜੋ ਵੀ ਡਿਸਪਿਊਟਡ ਡਾਕੂਮੈਂਟਸ ਜੋ ਸਾਨੂੰ ਕਹਿਣਗੇ ਅਸੀਂ ਸ਼ਾਮਲ ਤਫਤੀਸ਼ ਹੋਵਾਂਗੇ ਤੇ ਅਸੀਂ ਉਹਨੂੰ ਕੰਪਲਾਈ ਕਰਾਂਗੇ। ਬਿਲਕੁਲ। ਨੈਕਸਟ ਹੀਅਰਿੰਗ ਦੀ ਕੋਈ ਡੇਟ ਆਈ ਹੈ? ਹਲੇ ਡਿਟੇਲਡ ਆਰਡਰਸ ਆਨੇ ਬਾਕੀ ਹੈ? ਡਿਟੇਲ ਆਰਡਰ ਆਨੇ ਬਾਕੀ ਹੈ। ਸ਼ਾਮ ਤੱਕ ਆਰਡਰ ਆਊਗਾ, ਉਹਦੇ ਵਿੱਚ ਨੈਕਸਟ ਹੀਅਰਿੰਗ ਆਊਗੀ, ਉਸ ਤੋਂ ਬਾਅਦ ਪਤਾ ਲੱਗ ਜਾਊਗਾ। ਕੈਮਰਾਮੈਨ ਅੰਕੁਰ ਯਾਦਵ ਦੇ ਨਾਲ ਨਿਤਿਕਾ ਮਹੇਸ਼, PC ਮੀਡੀਆ, ਚੰਡੀਗੜ੍ਹ। ਔਰ ਇਸੇ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣ ਲਈ ਬਜ਼ਮ ਸਾਡੇ ਨਾਲ ਜੁੜੇ ਨੇ। ਬਜ਼ਮ, ਜੇਕਰ ਇਸ ਨੂੰ ਡਿਟੇਲ ਦੇ ਨਾਲ ਘੋਖ ਕੇ ਇਸ ਖਬਰ ਨੂੰ ਅਸੀਂ ਵੇਖੀਏ, ਜਿਹੜੀ ਰਾਹਤ ਦੀ ਗੱਲ ਹੈ ਤੇ ਉਹ ਕਿੱਡੀ ਕੁ ਵੱਡੀ ਰਾਹਤ ਹੈ। ਇਸ ਤੋਂ ਇਲਾਵਾ ਵਿਜੀਲੈਂਸ ਲਗਾਤਾਰ ਜਿਹੜਾ ਉਹਨਾਂ ਦਾ ਸਪੈਸ਼ਲ ਸੈੱਲ ਆ ਪੁੱਛਗਿੱਛ ਕਰਨਾ ਚਾਹੁੰਦਾ ਸੀ ਹੋਰ ਬਹੁਤ ਸਾਰੇ ਮਾਮਲਿਆਂ ਦੇ ਵਿੱਚ। ਤੁਸੀਂ ਵੀ ਜਾਣਦੇ ਹੋ ਸੁਮੇਧ ਸੈਣੀ ਦੀ ਤਾਰ ਜਿਹੜੀ ਆ ਪੰਜਾਬ ਦੇ ਕਈ ਕੇਸਿਸ ਦੇ ਨਾਲ ਜੁੜੀ ਹੋਈ ਹੈ ਤੇ ਉਸ ਤੋਂ ਬਾਅਦ ਇੱਥੋਂ ਜਦੋਂ ਉਹਨਾਂ ਨੂੰ ਅਗਾਊਂ ਜ਼ਮਾਨਤ ਮਿਲਦੀ ਹੈ, ਇਸ ਤੋਂ ਪਹਿਲਾਂ ਬਾਕੀ ਸਾਰੇ ਕੇਸਿਸ ਦੇ ਬਾਬਤ ਵੀ ਅਜਿਹੀ ਉਹਨਾਂ ਨੂੰ ਰਾਹਤ ਮਿਲੀ ਹੈ, ਤਾਂ ਕਿੰਨਾ ਕੁ ਉਹਨਾਂ ਕੜੀਆਂ ਤੱਕ ਪਹੁੰਚਣਾ ਸਰਕਾਰ ਲਈ ਜਾਂ ਕਹਿ ਲਈਏ ਜਾਂ ਜਿਹੜੇ ਵਿੰਗ ਕੰਮ ਕਰ ਰਹੇ ਉਹਨਾਂ ਲਈ ਔਖਾ ਹੋਵੇਗਾ? देखो बिल्कुल थोड़ा दस दिए जिस तरीके 26 अप्रैल जी जमानत याचिका है वो खारिज कर दी गई सी मोहाली कोर्ट के अंदर, पर उस तो बाद अज जिस तरीके हाई कोर्ट का रुख सुमेध सैनी वालों किया गया, उन्होंने वकील वालों किया गया, साफ तौर पर जोड़ा है उन्होंने ये जी दलील उत्थे दी कि जे 13 नंबर FIR ਦੇ ਵਿੱਚ ਸਾਨੂੰ ਜਿਹੜੇ ਉਹ ਰਾਹਤ ਦਿੱਤੀ ਜਾ ਸਕਦੀ ਹੈ ਤਾਂ ਉਸੇ ਤਰੀਕੇ ਦੇ ਕੇਸ ਉਸੇ ਤਰੀਕੇ ਦੀ ਧਾਰਾਵਾਂ ਜਿਹੜੀਆਂ ਨੇ ਉਹ 11 ਨੰਬਰ FIR 'ਚ ਵੀ ਲੱਗੀਆਂ ਨੇ, ਤਾਂ ਫਿਰ ਕਿਉਂ ਸਾਨੂੰ ਜਿਹੜੀ ਸਾਡੀ ਯਾਚਿਕਾ ਉੱਥੇ ਖਾਰਿਜ ਕੀਤੀ ਜਾ ਰਹੀ ਹੈ ਮੋਹਾਲੀ ਕੋਰਟ ਦੇ ਅੰਦਰ, ਜਿਹਨੂੰ ਦੇਖਦੇ ਹੋਏ ਇੱਕ ਰਾਹਤ ਜਿਹੜੀ ਹੈ ਉਹ 11 ਨੰਬਰ FIR ਦੇ ਵਿੱਚ ਜਿਹੜਾ ਹੈ ਉਹ ਹਾਈ ਕੋਰਟ ਦੇ ਵਿੱਚ ਵੀ ਹਾਈ ਕੋਰਟ ਵੱਲੋਂ ਵੀ ਜਿਹੜਾ ਹੈ ਉਹ ਸੁਮੇਧ ਸਿੰਘ ਸੈਣੀ ਨੂੰ ਦਿੱਤੀ ਗਈ ਹੈ। ਹਾਲਾਂਕਿ ਡਿਟੇਲ ਆਰਡਰ ਜਿਹੜੀ ਆ ਉਹ ਆਣਾ ਬਾਕੀ ਹੈ। ਕੋਠੀ ਜਿਹੜਾ ਮਾਮਲਾ ਆ ਰਿਹਾ ਸਾਰਾ ਸਾਹਮਣੇ ਆਇਆ, ਜਿਸ ਤਰੀਕੇ ਨਾਲ ਇਹ ਵੀ ਦੇਖਿਆ ਗਿਆ ਕਿ ਪਹਿਲਾਂ ਵਿਜੀਲੈਂਸ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਸੁਮੇਧ ਸੈਣੀ ਨੂੰ ਜਿਹੜਾ ਹੈ ਉਹ ਇਨਵੈਸਟੀਗੇਸ਼ਨ 'ਚ ਉਹ ਮਦਦ ਨਹੀਂ, सहूलत नहीं दे रहे, ਤਾਂ ਕਿਤੇ ਨਾ ਕਿਤੇ ਹੁਣ ਜਿਹੜੇ ਜਿਸ ਤਰੀਕੇ ਨਾਲ ਸਾਰੇ ਸਹਿਯੋਗੀ ਨਿਤਿਕਾ ਮਹੇਸ਼ਵਰੀ ਨੇ ਗੱਲ ਕੀਤੀ ਹੈ ਆਪਣੇ ਉਹਨਾਂ ਦੇ ਵਕੀਲ ਨਾਲ, ਉਹਨੇ ਸਾਫ਼ ਤੌਰ ਤੇ ਕਿਹਾ ਕਿ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਵੀ ਜਿਹੜਾ ਹੈ ਅਸੀਂ ਪਾਰਟ ਲਵਾਂਗੇ, ਕਿਉਂਕਿ ਇਹ ਹਾਈ ਕੋਰਟ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਅਸੀਂ ਜਿਹੜੀ ਜ਼ਮਾਨਤ ਯਾਚਿਕਾ ਹੈ 11 ਨੰਬਰ FIR ਦੀ ਹੈ ਉਹਦੇ ਵਿੱਚ ਜਿਹੜੇ ਉਹ ਰਾਹਤ ਜ਼ਰੂਰ ਦੇ ਰਹੇ ਹਾਂ, ਬੇਲ ਦੇ ਰਹੇ ਹਾਂ, ਪਰ
ਜਿਹੜੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਸ਼ਾਮਿਲ ਜਿਹੜਾ ਹੈ ਉਹ ਜ਼ਰੂਰ ਹੋਣਾ ਪਏਗਾ, ਨਹੀਂ ਤਾਂ ਇਹ ਰੱਦ ਵੀ ਕੀਤੀ ਜਾ ਸਕਦੀ ਹੈ। ਤਾਂ ਕਿਤੇ ਨਾ ਕਿਤੇ ਤੁਹਾਨੂੰ ਇਹ ਦੇਖਣਾ ਹੋਏਗਾ ਕਿ ਜਦ ਇਨਵੈਸਟੀਗੇਸ਼ਨ ਦੇ ਵਿੱਚ ਸੁਮੀਤ ਸਿੰਘ ਸੈਣੀ ਸ਼ਾਮਿਲ ਹੁੰਦੇ ਨੇ ਕੀ ਕੁਝ ਤੱਥ ਜਿਹੜੇ ਨੇ ਉਹ ਪੇਸ਼ ਕਰਦੇ ਨੇ, ਕੀ ਕੁਝ ਗੱਲਾਂ ਸਾਹਮਣੇ ਆਉਂਦੀਆਂ ਨੇ, ਪਰ ਨਾਲ ਦੇ ਨਾਲ ਜਿਹੜੇ ਜਿਸ ਨਾਲ ਤੁਸੀਂ ਗੱਲ ਕਰ ਰਹੇ ਹੋ ਕਿ ਕਈ ਸਾਰੇ ਹੋਰ ਵੀ ਸਾਰੇ ਕੇਸ ਨੇ ਉਹਨਾਂ 'ਚ ਕੋਈ ਹੋਰ ਗੱਲ ਸਾਹਮਣੇ ਆਏਗੀ ਜਾਂ ਨਹੀਂ, ਇਹ ਨਹੀਂ ਕਹਿ ਸਕਦੇ ਕਿਉਂਕਿ ਇਹ ਕੇਸ ਜਿਹੜਾ ਹੈ ਉਹ ਕੋਠੀ ਜਿਹੜਾ ਪ੍ਰਕਰਨ ਵਾਲਾ ਮਾਮਲਾ ਸੀਗਾ ਉਸ ਤੇ ਹੈ। ਤਾਂ ਇਹ ਦੇਖਣਾ ਹੋਏਗਾ ਕਿ ਇਸ ਦੇ ਵਿੱਚ ਬਜ਼ਮ ਜੇਕਰ ਇਹ ਕੋਠੀ ਮਾਮਲੇ ਦੀ ਹੀ ਗੱਲ ਕਰਦੇ ਆ, ਪੂਰਾ ਮਾਮਲਾ ਕੀ ਹੈ ਜਿਹੜਾ ਇਹ ਕਾਫੀ ਦੇਰ ਤੋਂ ਚੱਲ ਰਿਹਾ ਹੈ? देखो बिल्कुल ਤੁਹਾਨੂੰ ਦੱਸ ਦਈਏ ਸੈਕਟਰ 18 ਵਿੱਚ ਜਿਹੜਾ ਹੈ ਸੁਮੇਧ ਸਿੰਘ ਸੈਣੀ ਦੀ ਰੈਜ਼ੀਡੈਂਸ ਦੱਸੀ ਜਾਂਦੀ ਹੈ। ਉਹ ਕਿਹਾ ਜਾਂਦਾ ਹੈ ਕਿ ਆਏ ਤੋਂ ਵੱਧ ਸੰਪत्ति ਮਾਮਲੇ 'ਚ ਜਿਹੜੀ ਉਹ ਆ ਰਹੀ ਹੈ, ਕੋਠੀ ਜਿਹੜਾ ਕਿਸ ਤਰੀਕੇ ਨਾਲ ਦਿਖਾ ਨਹੀਂ ਪਾਈ ਸੁਮੇਧ ਸਿੰਘ ਸੈਣੀ, ਉਸ ਤਰੀਕੇ ਦਾ ਮਾਮਲਾ ਸਾਹਮਣੇ ਆਇਆ ਸੀ ਜਿਹਦੇ ਵੱਲੋਂ ਵਿਜੀਲੈਂਸ ਵੱਲੋਂ ਜਿਹੜੀ ਉਹ ਕੰਪਲੇਂਟ ਦਾਇਰ ਕੀਤੀ ਗਈ ਸੀ, ਜਿਸ ਦੇ ਉੱਤੇ ਸਾਰਾ ਮਾਮਲਾ ਜਿਹੜਾ ਉਹ ਬਣ ਕੇ ਸਾਹਮਣੇ ਆਇਆ ਸੀਗਾ। ਤੁਹਾਨੂੰ ਯਾਦ ਹੋਏਗਾ ਕਿ ਕੁਝ ਸਮਾਂ ਪਹਿਲਾਂ ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਜਦ ਸੁਮੇਧ ਸਿੰਘ ਸੈਣੀ ਵਿਜੀਲੈਂਸ ਵਿਭਾਗ ਪਹੁੰਚੇ ਸੀਗੇ ਸ਼ਾਮਿਲ ਹੋਣ ਲਈ ਇਨਵੈਸਟੀਗੇਸ਼ਨ 'ਚ, ਉੱਥੇ ਗ੍ਰਿਫਤਾਰ ਕਰ ਲਿੱਤਾ ਗਿਆ ਸੀ ਤੇ ਕੁਝ ਸਮੇਂ ਬਾਅਦ ਜਿਹੜਾ ਹੈ ਉਹ ਸੁਮੇਧ ਸਿੰਘ ਸੈਣੀ ਨੂੰ ਜ਼ਮਾਨਤ ਵੀ ਮੋਹਾਲੀ ਕੋਰਟ ਵੱਲੋਂ ਜਿਹੜਾ ਹੈ ਉਹ ਦੇ ਦਿੱਤੀ ਗਈ ਸੀਗੀ। ਇਹ ਮਾਮਲਾ ਜਿਹੜਾ ਹਾਈ ਕੋਰਟ ਵੀ ਪਹੁੰਚਿਆ ਸੀਗਾ ਤੇ ਉਸ ਦੇ ਦੌਰਾਨ ਜਿਹੜਾ ਹੈ ਇਹ ਕੇਸ ਦੀ ਇਨਵੈਸਟੀਗੇਸ਼ਨ ਲਈ ਜਿਹੜਾ ਹੈ ਉਹ ਦੁਬਾਰਾ ਜਿਹੜੀ ਵਿਜੀਲੈਂਸ ਹੈ ਉਹ ਇਹ ਕੋਸ਼ਿਸ਼ ਕਰ ਰਹੀ ਹੈ ਕਿ ਦੁਬਾਰਾ ਤੋਂ ਗ੍ਰਿਫਤਾਰ ਕੀਤਾ ਜਾਏ ਇਨਵੈਸਟੀਗੇਸ਼ਨ ਲਈ। ਪਰ ਜ਼ਮਾਨਤ ਯਾਚੀਕਾ ਜਿਹੜੀ ਉਹ ਦਾਇਰ ਕੀਤੀ ਗਈ ਸੀ ਮੋਹਾਲੀ ਕੋਰਟ ਦੇ ਵਿੱਚ 26 ਤਰੀਕ ਨੂੰ 2 ਦਿਨ ਪਹਿਲਾਂ, ਉੱਥੇ ਖਾਰਿਜ ਕਰ ਦਿੱਤੀ ਗਈ, ਜਿਹਦੇ ਕਰਕੇ ਸੁਮੇਧ ਸਿੰਘ ਸੈਣੀ ਨੂੰ ਹਾਈ ਕੋਰਟ ਮੂਵ ਕਰਨਾ ਪਿਆ, ਜਿੱਥੋਂ ਜ਼ਮਾਨਤ ਯਾਚੀਕਾ ਜਿਹੜੀ ਹੈ ਉਹ ਉਹਨਾਂ ਨੂੰ ਗ੍ਰਾਂਟ ਕਰ ਦਿੱਤੀ ਗਈ, ਜਿਸ ਤੋਂ ਬਾਅਦ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਇਨਵੈਸਟੀਗੇਸ਼ਨ ਜਿਹੜਾ ਹੈ ਉਹ ਜ਼ਰੂਰ ਪਾਰਟ ਲੈਣਾ ਪਏਗਾ। ਜੀ ਠੀਕ ਹੈ ਬਜ਼ਮ, ਤਫਸੀਲ ਨਾਲ ਜਾਣਕਾਰੀ ਦੀ ਸਾਂਝ ਪਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।